ਇੱਥੇ ਇੰਨਾ ਬੁਰਾ ਹਾਲ ਹੈ ਕਿ ਇੱਥੇ ਕਲੀਨਨੈਸ ਨਾਮ ਦੀ ਚੀਜ਼ ਨਹੀਂ ਹੈਗੀ ਕਿ ਬਿਮਾਰ ਹੋ ਕੇ ਹੋਰ ਜਾਊਗਾ। ਸੋ ਮੈਂ ਕਹਿੰਦੀ ਹਾਂ ਵੀ ਇਹ ਬਿਲਕੁਲ ਸਹੀ ਮੁੱਦਾ ਚੱਕਿਆ ਹੈ। ਸ਼ੁਕਰ ਹੈ ਰੱਬ ਦਾ, ਇਹ ਗੱਲਾਂ ਵੀ ਸ਼ੁਰੂ ਹੋਈਆਂ ਨੇ। ਸ਼ੁਕਰ ਹੈ, ਮੈਂ ਤਾਂ ਖੁਸ਼ ਹਾਂ ਇਸ ਗੱਲ ਤੇ ਕਿ ਇੰਨੀ ਬਰੀਕੀ ਚ ਆਏ ਔਰ ਉਹਨਾਂ ਨੇ ਉਹਦਾ ਨਿਰੀਖਣ ਕੀਤਾ। 70 ਬੰਦਿਆਂ ਪਿੱਛੇ ਇੱਕ ਨਰਸ ਹੈ ਜਿਹੜੀ ਕਿ 40 ਪਿੱਛੇ ਹੋਣੀ ਚਾਹੀਦੀ ਹੈ। ਜਿਹੜੀਆਂ ਚੀਜ਼ਾਂ ਸਾਹਮਣੇ ਪਈਆਂ ਸਹੀ ਕੀਤਾ ਜਾ ਸਕਦਾ, ਜਿਹਨਾਂ ਨੂੰ ਉਹਨਾਂ ਨੂੰ ਕਰਨਾ ਚਾਹੀਦਾ। ਸਧਾਰਨ ਪਿੰਡਾਂ ਦੇ ਲੋਕ ਨੇ, ਸ਼ਹਿਰ ਦੇ ਲੋਕ ਨੇ ਜਿਹੜੇ ਇੱਥੇ ਆਉਂਦੇ ਨੇ, ਉਹਨਾਂ ਨੂੰ ਕੋਈ ਸੁਵਿਧਾ ਨਹੀਂ। ਜੇ ਅੰਦਰ ਪੈਂਦੇ ਉਦੋਂ ਮੁਸ਼ਕ ਨਹੀਂ ਮਰ ਜਾਂਦੇ ਆ। ਵੀਸੀ ਸਾਹਿਬ ਬਜ਼ੁਰਗ ਨੇ, ਸਤਿਕਾਰਯੋਗ ਨੇ, ਉਹ ਵਿਸ਼ਾ ਵੱਖਰਾ, ਪਰ ਜਿਹੜੇ ਸਾਡੇ ਲੋਕ ਮਰ ਰਹੇ ਨੇ ਉਹਨਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀਗੀ। ਇਸ ਚੀਜ਼ ਦਾ ਦੁੱਖ ਹੋਇਆ ਵੀ ਅੱਜ ਗੱਦੇ ਦੀ ਤਕਲੀਫ ਹੋਊਗੀ। ਇਹਨਾਂ ਦੀ ਕੋਈ ਮਨਸ਼ਾ ਹੋ ਸੀ ਵੀ ਇਹਨਾਂ ਨੂੰ ਇੰਨਾ ਮਤਲਬ ਇਸ ਹਸਪਤਾਲ ਨੂੰ ਡੈਡ ਕਰ ਦਿਓ ਵੀ ਕੱਲ੍ਹ ਨੂੰ ਇਹ ਪ੍ਰਾਈਵੇਟ ਅਦਾਰਿਆਂ ਨੂੰ, ਚੰਗੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਵੇ ਤੇ ਹੌਲੀ ਹੌਲੀ ਇਹਦਾ ਪ੍ਰਾਈਵੇਟ ਤੇ ਸਰਕਾਰ ਇਹ ਤੋਂ ਸਰਫਰੂ ਹੋ ਜਾਵੇ। ਇੱਕ ਵਾਰੀ ਇੱਕ ਡਾਕਟਰ ਕਿ ਨਰਸ ਬੇਹੋਸ਼ ਹੋ ਗਈ ਸੀ ਇਹਦੇ ਵਿੱਚ ਹੀ ਆਪਰੇਸ਼ਨ ਦੇ। ਮਰੀਜ਼ ਆ ਲੋ ਸੁਣੋ, ਆ ਦੇਖ, ਮਰੀਜ਼ ਉੱਠ ਕੇ ਓਪੀਡੀ ਚੋਂ ਭੱਜ ਗਿਆ, ਓਟੀ ਦੇ ਵਿੱਚੋਂ। ਤੇ ਨਹੀਂ ਖੜਨਾ ਚਾਹੀਦਾ, ਲਿਟਣਾ ਚਾਹੀਦਾ ਸੀ। ਜੇ ਉਹਨਾਂ ਨੂੰ ਇੰਨਾ ਬੁਰਾ ਲੱਗ ਰਿਹਾ, ਉਹਨਾਂ ਨੇ ਕਿਹਾ ਤੁਸੀਂ ਲੇਟ ਸਕਦੇ ਹੋ, ਕਹਿ ਦਿੰਦੇ ਨਹੀਂ। ਕਹਿ ਦਿੰਦੇ ਇਹ 'ਚ ਕੀ ਗੱਲ ਸੀ, ਲਿਟਣਾ ਕਿਉਂ ਸੀ ਫਿਰ? MRI ਖਰਾਬ ਪਈ ਆ, ਪੈਟ ਸਕੈਨ ਦੀ ਬੁਨਿਆਦ ਖਤਮ ਆ, AC ਨਹੀਂ ਚੱਲ ਰਹੇ, ਪੱਖੇ ਨਹੀਂ ਚੱਲ ਰਹੇ। ਆਪਰੇਸ਼ਨ ਥੀਏਟਰ ਦੇ ਵਿੱਚ ਪਹਿਲਾ ਥੀਏਟਰ ਆ ਜਿੱਥੇ ਪੱਖੇ ਲਾ ਕੇ ਡਾਕਟਰ ਆਪਰੇਸ਼ਨ ਕਰਦੇ ਆ। ਜਦ ਕਿ ਮਤਲਬ ਮੈਡੀਕਲ ਲਾਈਨ ਦੇ ਮੁਤਾਬਕ, ਗਾਈਡਲਾਈਨ ਮੁਤਾਬਕ ਉੱਥੇ ਤੁਸੀਂ ਪੱਖਾ ਨਹੀਂ ਲਾ ਸਕਦੇ। ਕਈ ਥਾਈਂ ਐਮਰਜੈਂਸੀ ਦੇ ਵਿੱਚ ਲਾਈਟਾਂ ਨਹੀਂ, ਮੋਬਾਈਲ ਲਗਾ ਕੇ ਟੰਕੇ ਲਾ ਰਹੇ ਆ। ਪਿਛਲੀ ਸਰਕਾਰ ਵੇਲੇ ਵੀ ਬੇਨਤੀਆਂ ਸੀ, ਕਿੰਨੀਆਂ ਮੀਟਿੰਗਾਂ ਹੋਈਆਂ, ਵਾਰ-ਵਾਰ ਬੇਨਤੀਆਂ। ਜੇ ਉਹ ਬੰਦਾ ਲੋਕਾਂ ਨੂੰ ਟੱਚ ਜਾਣੇ ਤੇ ਫਿਰ ਇਸ ਹਿਸਾਬ ਨਾਲ ਤਾਂ ਮੰਤਰੀ ਸਾਹਿਬ ਨੇ ਇਹ ਤਾਂ ਫਰਕ ਤਾਂ ਪਾਇਆ ਨਹੀਂ। ਅੱਜ ਡਾਕਟਰਾਂ ਨੇ ਜਿਹੜਾ ਨੇ ਕਾਲੇ ਬਿੱਲੇ ਲਾਏ, ਸਾਡੇ ਕੋਲੇ ਜਾ ਕੇ ਰੋਂਦੇ ਆ ਵੀ ਸਾਡੇ ਕੋਲੇ ਵੀਰ ਜੀ ਟੰਕੇ ਲਾਉਣ ਦੀ ਮਸ਼ੀਨਾਂ ਹੈ ਨਹੀਂ, ਸਾਡੇ ਪੱਖੇ ਨਹੀਂ ਚੱਲਦੇ ਗੇ, ਸਾਡੇ ਕੋਲੇ ਰੂਹ ਨਹੀਂ, ਸਾਡੇ ਕੋਲੇ ਦਸਤਾਨੇ ਨਹੀਂ, ਸਾਡੇ ਕੋਲ ਤਾਂ ਰੋਂਦੇ ਆ। ਅੱਜ ਪ੍ਰੈਸ਼ਰ ਨਾਲ ਉਹਨਾਂ ਤੋਂ ਕਾਲੇ ਬਿੱਲੇ ਲਵਾਏ ਗਏ ਆ। ਜਿਹੜੇ ਚੰਡੀਗੜ੍ਹੋਂ ਅੱਜ ਸਟੇਟਮੈਂਟ ਆ ਵੀਸੀ ਸਾਹਿਬ ਦੇ ਹੱਕ ਦੇ ਰਾਜਨੀਤਿਕ ਲੋਕ ਹੋਣ, ਅਫਸਰਸ਼ਾਹੀ ਹੋਵੇ ਜਾਂ ਭਾਈ ਮਤਲਬ ਕੋਈ ਹੋਰ ਵੀ ਹੋਣ, ਜਿਹੜੇ ਵੀ ਉਹਨਾਂ ਵਾਸਤੇ ਵੀਸੀ ਸਾਹਿਬ ਬਹੁਤ ਵਧੀਆ ਨੇ, ਬਿਲਕੁਲ ਵਧੀਆ ਮੈਂ ਮੰਨਦਾ। ਕਿਉਂਕਿ ਜੋ ਚੰਡੀਗੜ੍ਹੋਂ ਜਾਂ ਕਿਸੇ ਅਫਸਰ ਨੇ ਫੋਨ ਕਰਨਾ ਵੀ ਸਾਡਾ ਮਰੀਜ਼ ਆ ਰਿਹਾ, ਵੀਸੀ ਸਾਹਿਬ ਦੇ ਕਮਰੇ ਜਾਓਗੇ, 3 AC ਲੱਗੇ ਹੋਣਗੇ, ਪੋਲੇ ਗੱਦੇ ਹੋਣਗੇ, ਕਾਜੂ ਤੁਹਾਡੇ ਅੱਗੇ ਚਾਹ ਹੋਊਗੀ, ਤੁਸੀਂ ਤੁਹਾਡਾ ਮਰੀਜ਼ ਨੂੰ ਬਣਾ ਦੇਖਿਆ ਜਾਊਗਾ। ਉਹਨਾਂ ਤੇ ਕਹਿਣਾ ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਕਿਸੇ ਲੀਡਰ ਨੂੰ ਉਹਦਾ ਨਾ ਦੱਸਿਆ ਵੀ ਜਦੋਂ ਅਸੀਂ ਪਿਛਲੇ 2012 ਤੋਂ ਲੜਦੇ ਆਉਂਦੇ ਆ, ਜਦੋਂ ਕਾਂਗਰਸ ਵਾਲੇ ਸੱਤਾ ਤੋਂ ਬਾਹਰ ਹੁੰਦੇ ਸਾਡੇ ਨਾਲ ਖੜੇ ਹੁੰਦੇ ਆ, ਜੋ ਸੱਤਾ 'ਚ ਹੋ ਜਾਂਦੇ ਵੀਸੀ ਨਾਲ ਖੜ ਜਾਂਦੇ ਆ। ਇਹੀ ਹਾਲ ਅਕਾਲੀਆਂ ਦਾ, ਇਹੀ ਹਾਲ ਝਾੜੂ ਵਾਲਾਂ ਦਾ ਹੋ ਰਿਹਾ, ਬਹੁਤ ਮਤਲਬ ਮੈਨੂੰ ਲੱਗ ਰਿਹਾ। ਪਰ ਮੰਤਰੀ ਸਾਹਿਬ ਨੇ ਤਾਂ ਬਹੁਤ ਵਧੀਆ ਕੀਤਾ ਜੋ ਇਹਨਾਂ ਨੂੰ ਅਹਿਸਾਸ ਕਰਾਇਆ, ਬਿਲਕੁਲ ਸਹੀ ਆ। ਅਸੀਂ ਡਟ ਕੇ ਮੰਤਰੀ ਸਾਹਿਬ ਦੀ ਹਮਾਇਤ ਕਰਦੇ, ਆਸ ਕਰਦੇ ਹਾਂ ਕਿਤੇ ਇਹ ਨਾ ਹੋਵੇ ਦਿੱਲੀ ਜਾ ਕੇ ਤੁਸੀਂ ਆਪਣਾ ਫੈਸਲਾ ਵਾਪਸ ਲੈ ਲਓ। ਜਿਹੜੇ ਮਤਲਬ ਕਰਪਟ ਲੋਕ ਨੇ ਜਿਨ੍ਹਾਂ ਨੇ ਘਰਾਂ ਜਾ ਕੇ ਪ੍ਰਾਈਵੇਟ ਪ੍ਰੈਕਟਿਸ ਕਰਨੀਆਂ, ਇੱਥੋਂ ਦੇ ਸਟਾਫ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਇੱਥੋਂ ਦੇ ਹਸਪੀਟਲ ਨੂੰ ਦੇਖਣਾ ਚਾਹੀਦਾ ਵੀ ਅਸਲ ਗੱਲ ਹੈ ਕੀ, ਉਹ ਦੇਖੀਏ। ਉਹਦੇ ਵਿੱਚ ਮਿਨਿਸਟਰ ਸਾਹਿਬ ਬਿਲਕੁਲ ਸਹੀ ਨਹੀਂ। ਮੈਂ ਅੰਦਰ ਜਾ ਕੇ ਦੇਖਿਆ ਰੂਮਸ ਦੀ ਕੀ ਹਾਲਤ ਹੈ, ਗੱਦਾ ਦਿਖਾਇਆ, ਉੱਲੀ ਲੱਗੀ ਹੋਈ ਹੈ, ਜੰਗਾਲ ਲੱਗੇ ਹੋਏ ਨੇ, ਵਾਸ਼ਰੂਮ ਚੋਂ ਗੰਦੀ ਸਮੈਲ ਆਉਂਦੀ ਹੈ। ਇਹਨਾਂ ਨੇ ਦੱਸਿਆ ਇੱਥੋਂ ਦਾ ਸਟਾਫ ਥੋੜਾ ਝੂਠ ਬੋਲੂਗਾ ਜਿਹੜਾ ਉੱਥੇ ਬੈਠਾ ਹੈ ਧਰਨੇ ਤੇ ਅੱਜ, ਰਾਈਟ। ਉਹਨਾਂ ਨੇ ਦੱਸਿਆ ਆਪਰੇਸ਼ਨ ਥੀਏਟਰ ਦੇ ਵਿੱਚ ਪੱਖੇ ਲੱਗੇ ਨੇ, AC ਤੱਕ ਨਹੀਂ ਲੱਗੇ, ਇਹਨਾਂ ਦੇ ਪ੍ਰਾਈਵੇਟ ਰੂਮਸ ਦੇ ਵਿੱਚ ਲੱਗੇ ਨੇ। ਜੇ ਕਿਸੇ ਬੰਦੇ ਨੂੰ ਆਪਾਂ ਇਹ ਕਹਿੰਦੇ ਯਾਰ ਤੂੰ ਪੈ ਸਕਦਾ ਹੈ, ਦੂਜੇ ਤਾਂ ਪੈ ਸਕਦੇ ਨੇ, ਮਰੀਜ਼ ਪੈਂਦੇ ਨੇ, ਤੂੰ ਪੈ ਸਕਦਾ ਹੈ, ਤਾਂ ਬੰਦਾ ਪੈ ਜੇ। ਇਹ 'ਚ ਕੀ ਮਸਲਾ ਹੋ ਗਿਆ? ਫਿਰ ਅਸੀਂ ਅਸਤੀਫੇ ਨੂੰ ਵੀ ਮੰਨਦੇ ਕਿ ਜਵਾਬ ਤੁਹਾਡੇ ਕੋਲੇ ਹੈ ਨਹੀਂ ਸੀ, ਤੁਸੀਂ ਅਸਤੀਫਾ ਦਿੱਤਾ। ਜਵਾਬ ਇਹ ਦੇਣਾ ਚਾਹੀਦਾ ਸੀ ਕਿ OPD ਦੇ ਵਿੱਚ ਰੂਹ ਤੱਕ ਹੈ ਨਹੀਂ ਇੰਜੈਕਸ਼ਨ ਲਾਉਣ ਲਈ। ਜੇ ਤੁਹਾਨੂੰ ਇਹ ਇੰਨਾ ਹੀ ਆਪਦੀ ਡਿਗਨਿਟੀ ਦੇ ਖਿਲਾਫ ਰੱਖ ਲਿਆ, ਉਦੋਂ ਵਿਰੋਧ ਕਰੋ ਨਾ ਯਾਰ, ਬਾਅਦ 'ਚ ਬੋਲਣ ਦੀ ਕੀ ਲੋੜ ਹੈ? ਬੀਤੇ ਕੱਲ੍ਹ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਸਿਹਤ ਮੰਤਰੀ ਪਹੁੰਚੇ ਹੈ ਤਾਂ ਸਾਰੀਆਂ ਜਿਹੜੀਆਂ ਘਟਨਾਵਾਂ ਇੱਥੋਂ ਦੀਆਂ ਤੁਸੀਂ ਤੁਹਾਡੇ ਸਾਹਮਣੇ ਆਈਆਂ। ਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਚੰਦਬਾਜਾ ਮੌਜੂਦ ਨੇ। ਇਹ ਉਹ ਗੁਰਪ੍ਰੀਤ ਸਿੰਘ ਚੰਦਬਾਜਾ ਜਿਨ੍ਹਾਂ ਨੇ ਕੱਲ੍ਹ ਜਿਹੜਾ ਮੈਡੀਕਲ ਦੇ ਵਿੱਚ ਮੰਤਰੀ ਨੂੰ ਨਾਲ ਲਿਜਾ ਕੇ ਸਾਰੀਆਂ ਲੋਕੇਸ਼ਨਾਂ ਦਿਖਾਈਆਂ। ਇਹ ਗੁਰਪ੍ਰੀਤ ਸਿੰਘ ਇਹੀ ਜਿੱਥੇ ਜਿੱਥੇ ਲੋਕੇਸ਼ਨਾਂ ਜਿਹੜੀਆਂ ਚੈੱਕ ਕੀਤੀਆਂ ਜਾ ਕੇ ਮੰਤਰੀ ਨੇ, ਗੁਰਪ੍ਰੀਤ ਸਿੰਘ ਨਾਲ ਸੀ, ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਜੀ, ਕਿਵੇਂ ਲੱਗਦਾ ਹੈ ਮੰਤਰੀ ਸਾਹਿਬ ਦੀ ਬਾਈਟ ਜਦੋਂ ਕਰਦੇ ਆ, ਉਹ ਕਹਿੰਦੇ ਆ ਵੀ ਮੈਂ ਤਾਂ ਹਾਲ ਚਾਲ ਜਾਣਨ ਵਾਸਤੇ ਆਇਆ, ਕੋਈ ਕਮੀਆਂ ਕੱਢਣ ਨਹੀਂ ਆਇਆ, ਪਰ ਜ਼ਿਆਦਾਤਰ ਇਹ ਦੇਖਣ ਦੇ ਵਿੱਚ ਆਇਆ ਉਹਨਾਂ ਨੇ ਕਮੀਆਂ ਕੱਢੀਆਂ। ਦੇਖੋ ਗੱਲ ਇਹ ਆ ਵੀ ਚਲੋ ਮੰਤਰੀ ਸਾਹਿਬ ਦਾ ਇਹ ਸਰਕਾਰੀ ਦੌਰਾ ਸੀਗਾ, ਹੈ ਨਾ, ਉਹਦੇ ਵਿੱਚ ਜਿਹੜੀਆਂ ਆਪਣੀਆਂ ਮੁਸ਼ਕਲਾਂ, ਜਿਵੇਂ ਸਟਾਫ ਕੱਲ੍ਹ ਆਪਦਾ ਧਰਨੇ 'ਤੇ ਬੈਠਾ ਸੀਗਾ, ਪਰ ਜਿਹੜੀਆਂ ਆਪਣੀਆਂ ਵੀ ਮੁਸ਼ਕਲਾਂ ਹਸਪਤਾਲ ਦੀਆਂ, ਆਪਾਂ ਪਿਛਲੀ ਸਰਕਾਰ ਵੇਲੇ ਸੋਨੀ ਸਾਹਿਬ ਵੇਲੇ ਵੀ ਬੇਨਤੀਆਂ ਕਰਦੇ ਹਾਂ ਵੀ ਹਸਪਤਾਲ ਦੇ ਜਿਹੜੇ ਪ੍ਰਬੰਧ ਆ, ਭਾਵੇਂ ਬਾਥਰੂਮ ਆ, ਬੈੱਡ ਆ, ਸਟੈਚਰ ਆ, ਵੀਲ ਚੇਅਰ ਆ, ਇਹ ਤਾਂ ਨੋਰਮਲ ਹੋ ਗਏ ਨਾ। ਇਸ ਤੋਂ ਅੱਗੇ MRI ਖਰਾਬ ਪਈ ਆ, ਪੈਟ ਸਕੈਨ ਦੀ ਬੁਨਿਆਦ ਖਤਮ ਆ, AC ਨਹੀਂ ਚੱਲ ਰਹੇ, ਪੱਖੇ ਨਹੀਂ ਚੱਲ ਰਹੇ। ਆਪਰੇਸ਼ਨ ਥੀਏਟਰ ਦੇ ਵਿੱਚ ਪਹਿਲਾ ਥੀਏਟਰ ਆ ਜਿੱਥੇ ਪੱਖੇ ਲਾ ਕੇ ਡਾਕਟਰ ਆਪਰੇਸ਼ਨ ਕਰਦੇ ਆ। ਜਦ ਕਿ ਮਤਲਬ ਮੈਡੀਕਲ ਲਾਈਨ ਦੇ ਮੁਤਾਬਕ, ਗਾਈਡਲਾਈਨ ਮੁਤਾਬਕ ਉੱਥੇ ਤੁਸੀਂ ਪੱਖਾ ਨਹੀਂ ਲਾ ਸਕਦੇ ਤੇ ਡਾਕਟਰ ਆਪ ਗਰਮੀ 'ਚ ਮਰ ਰਹੇ ਆ। ਕਈ ਥਾਈਂ ਐਮਰਜੈਂਸੀ ਦੇ ਵਿੱਚ ਲਾਈਟਾਂ ਨਹੀਂ, ਮੋਬਾਈਲ ਜਗਾ ਕੇ ਟੰਕੇ ਲਾ ਰਹੇ ਆ। ਇਹਦੇ ਪ੍ਰਬੰਧ ਕਿਹਨੇ ਕਰਨੇ ਸੀ? ਪਿਛਲੀ ਸਰਕਾਰ ਵੇਲੇ ਬੇਨਤੀਆਂ ਕੀਤੇ, ਮੇਰੇ ਕੋਲ ਚਿੱਠੀਆਂ ਪਈਆਂ। 2/9/2021 ਦੀ ਚਿੱਠੀ ਜਾਰੀ ਹੋਈ, ਇਹਨਾਂ ਨੇ ਕਿਹਾ ਵੀ ਅਸੀਂ 8000 ਚਾਦਰ ਤੇ 400 ਬੈੱਡ ਗੱਦੇ ਖਰੀਦ ਰਹੇ ਹਾਂ।
2021 ਦੀ ਗੱਲ ਆ 9ਵੇਂ ਮਹੀਨੇ ਦੀ। ਅੱਜ ਤੁਸੀਂ ਦੇਖ ਲਓ ਵੀ 7ਵਾਂ ਮਹੀਨਾ ਜਾ ਵੜਿਆ, 10 ਮਹੀਨੇ ਹੋ ਗਏ ਤੇ ਗੱਦਿਆਂ ਦਾ ਤਾਂ ਉਹੀ ਹਾਲ ਆ। ਹੁਣ ਜਿਹਦੇ ਇੱਕ ਗੱਲ ਤਾਂ ਤਕਲੀਫ ਆ ਗਈ ਵੀ VC ਸਾਹਿਬ ਨੂੰ ਕਿਉਂ ਪਾਇਆ ਗਿਆ, ਪਰ ਜਿਹੜੇ ਮਰੀਜ਼ ਪੈ ਰਹੇ ਆ ਉਹ ਰੁਤਬੇ ਦੇ ਹਿਸਾਬ ਨਾਲ ਤੁਸੀਂ ਜਾਇਜ਼ ਮੰਨਦੇ ਹੋ? ਨਹੀਂ, ਰੁਤਬੇ ਦੇ ਹਿਸਾਬ ਨਾਲ ਨਹੀਂ, ਗੱਲ ਤਾਂ ਇਹ ਵੀ ਜਦੋਂ ਬੰਦੇ ਨੂੰ ਸਮਝ ਹੀ ਨਾ ਪਵੇ। ਪਿਛਲੀ ਸਰਕਾਰ ਵੇਲੇ ਵੀ ਬੇਨਤੀਆਂ ਕੀਤੀਆਂ, ਕਿੰਨੀਆਂ ਮੀਟਿੰਗਾਂ ਹੋਈਆਂ, ਵਾਰ-ਵਾਰ ਬੇਨਤੀਆਂ, ਜੇ ਉਹ ਬੰਦਾ ਲੋਕਾਂ ਨੂੰ ਟੱਚ ਜਾਣੇ ਤੇ ਫਿਰ ਇਸ ਹਿਸਾਬ ਨਾਲ ਤਾਂ ਮੰਤਰੀ ਸਾਹਿਬ ਨੇ ਇਹ ਤਾਂ ਫੜ ਕੇ ਤਾਂ ਪਾਇਆ ਨਹੀਂ। ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹ MS ਦੀ ਬਣਦੀ ਹੈ, VC ਦੀ ਬਣਦੀ ਹੈ? ਜ਼ਿੰਮੇਵਾਰੀ ਸੁਪਰਡੈਂਟ ਦੀ ਆ, ਪਰ ਸੁਪਰਡੈਂਟ ਬੇਵਾਸਾ ਜਦੋਂ ਉੱਥੇ ਜਾਂਦਾ ਮਾੜੇ ਸ਼ਬਦ ਬੋਲ ਕੇ ਭਜਾ ਦਿੱਤਾ ਜਾਂਦਾ। ਅੱਜ ਡਾਕਟਰਾਂ ਨੇ ਜਿਹੜਾ ਨੇ ਕਾਲੇ ਬਿੱਲੇ ਲਾਏ ਆ, ਸਾਡੇ ਕੋਲੇ ਤਾਂ ਆ ਕੇ ਰੋਂਦੇ ਆ ਵੀ ਸਾਡੇ ਕੋਲੇ ਵੀਰ ਜੀ ਟੰਕੇ ਲਾਉਣ ਲਈ ਮਸ਼ੀਨਾਂ ਹੈ ਨਹੀਂ, ਸਾਡੇ ਪੱਖੇ ਨਹੀਂ ਚੱਲਦੇ ਗਏ, ਸਾਡੇ ਕੋਲੇ ਰੂਹ ਨਹੀਂ, ਸਾਡੇ ਕੋਲੇ ਦਸਤਾਨੇ ਨਹੀਂ, ਸਾਡੇ ਕੋਲ ਤਾਂ ਰੋਂਦੇ ਆ। ਅੱਜ ਪ੍ਰੈਸ਼ਰ ਨਾਲ ਉਹਨਾਂ ਤੋਂ ਕਾਲੇ ਬਿੱਲੇ ਲਵਾਏ ਗਏ ਆ। ਤੁਸੀਂ ਇਹ ਦੇਖੋ, ਦੋ ਤਰ੍ਹਾਂ ਦੇ ਲੋਕ ਨੇ। ਇੱਕ ਉਹ ਲੋਕ ਨੇ ਜਿਹੜੇ ਚੰਡੀਗੜ੍ਹੋਂ ਅੱਜ ਸਟੇਟਮੈਂਟ ਆ VC ਸਾਹਿਬ ਦੇ ਹੱਕ ਦੇ, ਰਾਜਨੀਤਿਕ ਲੋਕ ਹੋਣ, ਅਫਸਰਸ਼ਾਹੀ ਹੋਵੇ ਜਾਂ ਭਾਈ ਮਤਲਬ ਕੋਈ ਹੋਰ ਵੀ ਹੋਣ, ਜਿਹੜੇ ਵੀ ਉਹਨਾਂ ਵਾਸਤੇ VC ਸਾਹਿਬ ਬਹੁਤ ਵਧੀਆ ਨੇ, ਬਿਲਕੁਲ ਵਧੀਆ ਮੈਂ ਮੰਨਦਾ। ਕਿਉਂਕਿ ਜੋ ਚੰਡੀਗੜ੍ਹੋਂ ਜਾਂ ਕਿਸੇ ਅਫਸਰ ਨੇ ਫੋਨ ਕਰਨਾ ਵੀ ਸਾਡਾ ਮਰੀਜ਼ ਆ ਰਿਹਾ, VC ਸਾਹਿਬ ਦੇ ਕਮਰੇ ਜਾਓਗੇ, 3 AC ਲੱਗੇ ਹੋਣਗੇ, ਪੋਲੇ ਗੱਦੇ ਹੋਣਗੇ, ਕਾਜੂ ਤੁਹਾਡੇ ਅੱਗੇ ਚਾਹ ਹੋਊਗੀ, ਤੁਸੀਂ ਤੁਹਾਡਾ ਮਰੀਜ਼ ਨੂੰ ਬੜਾ ਦੇਖਿਆ ਜਾਊਗਾ। ਉਹਨਾਂ ਨੇ ਕਹਿਣਾ ਬਹੁਤ ਵਧੀਆ, ਬਿਲਕੁਲ ਸਹੀ ਗੱਲ ਆ। ਇੱਕ ਪਾਸੇ ਉਹ ਲੋਕ ਨੇ ਜਿਹੜੇ ਆਪਣੇ ਸਧਾਰਨ ਪਿੰਡਾਂ ਦੇ ਲੋਕ ਨੇ, ਸ਼ਹਿਰ ਦੇ ਲੋਕ ਨੇ, ਜਿਹੜੇ ਇੱਥੇ ਆਉਂਦੇ ਨੇ, ਉਹਨਾਂ ਨੂੰ ਕੋਈ ਸੁਵਿਧਾ ਨਹੀਂ, ਜੇ ਅੰਦਰ ਪੈਂਦੇ ਉਹ ਮੁਸ਼ਕ ਨਹੀਂ ਮਰ ਜਾਂਦੇ ਆ, ਨਾ ਕੋਈ ਇੱਥੇ ਪੂਰਾ ਸਟਾਫ ਆ। ਹੁਣ ਜਿਹੜੀਆਂ ਵੱਡੀਆਂ ਮੇਜਰ ਚੀਜ਼ਾਂ, ਕੈਂਸਰ ਦੀ ਮਸ਼ੀਨ ਦੀ ਬੁਨਿਆਦ ਖਤਮ ਹੋ ਗਈ, ਪੈਟ ਸਕੈਨ ਦੀ, ਸੇਕੇ ਵਾਲੀ ਮਸ਼ੀਨ ਦੀ ਜੇ 10 ਸਾਲ ਪੂਰੇ ਕਰ ਗਈ ਤਾਂ ਕੈਂਸਰ ਵਿਭਾਗ ਖਤਮ। MRI ਮੇਜਰ ਟੈਸਟ ਆ, ਉਹ ਆਪਣੀ ਮਸ਼ੀਨ ਖਤਮ ਰਹਿੰਦੀ ਆ। AC ਤੁਹਾਨੂੰ ਪਤਾ ਵੀ ਸਾਰੇ ਬੰਦ ਪਏ ਆ। ਇੱਕ ਦਿਨ ਮੈਂ ਇੱਥੇ ਦੇਖਿਆ MRI ਦੇ ਵਿੱਚ ਇੱਕ ਮਰੀਜ਼ ਨੂੰ ਪਾਇਆ ਹੋਇਆ, ਗਰਮੀ ਨਾਲ ਉਹ ਬੇਹੋਸ਼ ਹੋ ਗਿਆ ਵਿਚਾਰਾ, MRI ਦੇ ਵਿੱਚ AC ਬੰਦ, ਪੱਖਾ ਤੁਸੀਂ ਲਾ ਨਹੀਂ ਸਕਦੇ। ਇਹ ਪਹਿਲਾਂ ਤੁਹਾਡੇ ਵੱਲੋਂ ਪਲੈਨਿੰਗ ਤਾਂ ਨਹੀਂ ਕੀਤੀ ਗਈ ਸੀ ਵੀ ਸਿਹਤ ਮੰਤਰੀ ਆਉਣਗੇ, ਅਸੀਂ ਉਹ ਜਗ੍ਹਾ ਤੇ ਲੈ ਕੇ ਜਾਵਾਂਗੇ ਜਿੱਥੋਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਖਾਮੀਆਂ ਫੜੀਆਂ ਜਾਣ? ਨਹੀਂ, ਇਸ ਤਰ੍ਹਾਂ ਕੋਈ ਨਹੀਂ ਸੀਗਾ। ਅਸੀਂ ਤਾਂ ਰੂਟੀਨ ਦੇ ਵਿੱਚ ਹੀ ਆਏ ਹੋਏ ਸੀ ਬੇਨਤੀ ਕਰਨ, ਅੱਗੇ ਵੀ ਆਏ ਹਾਂ। VC ਸਾਹਿਬ ਨੂੰ ਵੀ ਪਤਾ ਕਿ ਪਹਿਲੇ ਮੰਤਰੀ ਸਾਹਿਬ ਨੂੰ ਵੀ ਬੇਨਤੀਆਂ ਕੀਤੀਆਂ, ਕਮੇਟੀ ਬਣੀ ਆ, DC ਸਾਹਿਬ ਨੂੰ ਵੀ ਵਿਜ਼ਿਟ ਕਰਵਾਇਆ ਸੀ, ਪਿਛਲੇ ਮੀਟਿੰਗ ਥੋੜ੍ਹੇ ਦਿਨ ਪਹਿਲਾਂ ਹੀ ਹੋਈ ਸੀਗੀ। ਸਾਡਾ ਕਿਸੇ ਨਾਲ ਜਾਤੀ ਨਹੀਂ ਗਾ। VC ਸਾਹਿਬ ਬਜ਼ੁਰਗ ਨੇ, ਸਤਿਕਾਰਯੋਗ ਨੇ, ਉਹ ਵਿਸ਼ਾ ਵੱਖਰਾ, ਪਰ ਜਿਹੜੇ ਸਾਡੇ ਲੋਕ ਮਰ ਰਹੇ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀਗੀ। ਇਸ ਚੀਜ਼ ਦਾ ਦੁੱਖ ਹੋਇਆ ਵੀ ਅੱਜ ਗੱਦੇ ਦੀ ਤਕਲੀਫ ਹੋ ਗਈ। ਤੇ ਜਦੋਂ ਮਰੀਜ਼ ਪੈਂਦੇ, ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਦਿੰਦਾ, ਤੇ ਜੇ ਫਿਰ ਮਰੀਜ਼ ਦਾ ਅਧਿਕਾਰ ਨਹੀਂ ਵੀ ਤੁਸੀਂ ਉਹਨੂੰ ਗਲੇ ਹੋਏ ਗੰਦੇ ਉੱਲੀ ਲੱਗੇ ਤੇ ਜਿਹੜੇ ਲੋਕ ਹੈ ਜਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਹੈ ਸਵਾਲ ਖੜੇ ਕਰ ਰਹੇ ਆ ਵੀ ਨਹੀਂ ਹੋਣਾ ਚਾਹੀਦਾ। ਬੜਾ ਸ਼ਰਮਨਾਕ ਜਿਹੜੀ ਘਟਨਾ ਸਾਹਮਣੇ ਆਈ ਹੈ ਜਿਹੜੀ ਇੱਕ ਸਿਹਤ ਮੰਤਰੀ ਵੱਲੋਂ, ਕਿਉਂਕਿ ਸਿਹਤ ਮੰਤਰੀ ਦਾ ਫਰਜ਼ ਬਣਦਾ, ਉਹਦਾ ਪਰਿਵਾਰ ਆ ਜਿੰਨਾ, ਜਿਹੜਾ ਸਿਹਤ ਦਾ ਵਿਭਾਗ ਹੈ, ਜਿੰਨੇ ਅਫਸਰ ਆ ਉਹਦੇ, ਉਹਨਾਂ ਅਫਸਰਾਂ ਦੇ ਨਾਲ ਇਹ ਜਿਹੜੀ ਇੰਨੀ ਕੁ ਜਿਹੜੀ ਉਹਨਾਂ ਨੇ ਕੱਲ੍ਹ ਉਹਨਾਂ ਨੂੰ ਲੁਟਾਇਆ, ਇਹ ਨਹੀਂ ਹੋਣੀ ਚਾਹੀਦੀ ਸੀ। ਇਹਨੂੰ ਤੁਸੀਂ ਕਿਵੇਂ? ਦੇਖੋ, ਆ ਪਿਛਲੀ ਕਾਂਗਰਸ ਸਰਕਾਰ, ਜਿਹੜੇ ਅੱਜ ਕਾਂਗਰਸੀ ਰੌਲਾ ਪਾ ਰਹੇ ਆ, OP ਸੋਨੀ ਆਏ ਸੀ 15 ਮਾਰਚ ਨੂੰ, ਸਾਰੇ ਉਦੋਂ ਕੁਸ਼ਲਦੀਪ ਸਿੰਘ ਢਿੱਲੋਂ ਵੀ ਇੱਥੇ ਹਾਜ਼ਰ ਸੀਗੇ ਤੇ ਕੁਲਤਾਰ ਸਿੰਘ DC ਸਾਹਿਬ ਰਜਿਸਟਰਾਰ ਸਾਰੇ ਸੀਗੇ, ਹੈਲਥ ਸੈਕਟਰੀ ਹੈ ਨਾ। ਉਦੋਂ ਕਮੇਟੀ ਬਣੀ, ਉਹਦੇ ਵਿੱਚ ਉਹੀ ਗੱਲਾਂ ਅੱਜ ਤੱਕ ਤੁਰੀਆਂ ਆਉਂਦੀਆਂ। ਤੁਸੀਂ ਆਹ ਦੇਖੋ, ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਆਹ ਵੇਖੋ 8000 ਚਾਦਰ, 400 ਬੈੱਡ, ਇਹਨਾਂ ਦੀ ਲੈਟਰ ਆ ਮੈਡੀਕਲ ਸੁਪਰਡੈਂਟ ਦੀ। ਤੇ ਜੇ ਸਾਲ ਦੀਆਂ ਤੁਹਾਨੂੰ ਆਰਡਰ ਦਿੱਤੇ ਹੋਏ ਅੱਜ ਤੱਕ ਕਿਉਂ ਨਹੀਂ ਆਏ? VC ਸਾਹਿਬ ਦਾ ਫਰਜ਼ ਬਣਦਾ ਜੋ ਜਥੇਬੰਦੀਆਂ ਨੇ ਇਹਨਾਂ ਦੇ ਧਿਆਨ 'ਚ ਮੁਸ਼ਕਲਾਂ ਲਿਆਂਦੀਆਂ ਸੀ, ਇਹ ਜਿਹੜੀਆਂ ਮੁਸ਼ਕਲਾਂ ਦੂਰ ਕਰ ਦਿੰਦੇ ਤੇ ਅਸੀਂ ਸਹਿਯੋਗ ਕਰਨ ਲਈ ਤਿਆਰ ਸੀਗੇ। ਇਸ ਤੋਂ ਪਹਿਲਾਂ ਵੀ ਸਹਿਯੋਗ ਕਰਦੇ ਹੀ ਰਹੇ ਹਾਂ। ਤੇ ਜੇ ਮੈਡੀਕਲ ਨੂੰ ਮੈਨੂੰ ਇਹ ਲੱਗ ਰਿਹਾ ਸੀ ਇਹਨਾਂ ਦੀ ਕੋਈ ਮਨਸ਼ਾ ਹੋਰ ਸੀ ਵੀ ਇਹਨਾਂ ਨੂੰ ਇੰਨਾ ਮਤਲਬ ਇਸ ਹਸਪਤਾਲ ਨੂੰ ਡੈਡ ਕਰ ਦਿਓ ਵੀ ਕੱਲ੍ਹ ਨੂੰ ਇਹ ਪ੍ਰਾਈਵੇਟ ਅਦਾਰਿਆਂ ਨੂੰ, ਚੰਗੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾਵੇ ਤੇ ਹੌਲੀ ਹੌਲੀ ਇਹਦਾ ਪ੍ਰਾਈਵੇਟ ਕਿਤੇ ਸਰਕਾਰ ਇਹ ਤੋਂ ਸਰਖਰੂ ਹੋ ਜੇ। ਤੇ ਮੰਤਰੀ ਸਾਹਿਬ ਦਾ ਬਹੁਤ ਵਧੀਆ ਗੱਲ ਆ ਵੀ ਜਿਹੜੀ ਲੋਕਾਂ ਦੀ ਭਾਵਨਾ ਦੇ ਅਨੁਸਾਰ ਉਹਨਾਂ ਨੇ ਅਹਿਸਾਸ ਕਰਵਾਇਆ। ਇਹ ਰੁਤਬੇ ਦਾ ਥੋੜ੍ਹਾ ਅਹਿਸਾਸ ਆ। ਹੁਣ ਜਿਹੜੇ ਹਜ਼ਾਰਾਂ ਲੋਕ ਮਰ ਗਏ ਇੱਥੇ ਮਾੜੇ ਪ੍ਰਬੰਧਾਂ ਕਰਕੇ, ਉਹਨਾਂ ਦੇ ਪਰਿਵਾਰਾਂ ਦੀ ਕੋਈ ਨਹੀਂ। ਕਿਸੇ ਲੀਡਰ ਨੂੰ ਉਦੋਂ ਨਾ ਦੱਸਿਆ ਵੀ ਜਦੋਂ ਅਸੀਂ ਪਿਛਲੇ 2012 ਤੋਂ ਲੜਦੇ ਆਉਂਦੇ ਆ, ਜਦੋਂ ਕਾਂਗਰਸ ਵਾਲੇ ਸੱਤਾ ਤੋਂ ਬਾਹਰ ਹੁੰਦੇ ਸਾਡੇ ਨਾਲ ਖੜੇ ਹੁੰਦੇ ਆ, ਜੋ ਸੱਤਾ 'ਚ ਹੋ ਜਾਂਦੇ VC ਨਾਲ ਖੜ ਜਾਂਦੇ ਆ। ਇਹੀ ਹਾਲ ਅਕਾਲੀਆਂ ਦਾ, ਇਹੀ ਹਾਲ ਝਾੜੂ ਵਾਲਿਆਂ ਦਾ ਹੋ ਰਿਹਾ, ਬਹੁਤ ਮਤਲਬ ਮੈਨੂੰ ਲੱਗ ਰਿਹਾ। ਪਰ ਮੰਤਰੀ ਸਾਹਿਬ ਨੇ ਤਾਂ ਬਹੁਤ ਵਧੀਆ ਕੀਤਾ। ਉਹਨਾਂ ਦਾ ਫਰਜ਼ ਬਣਦਾ ਸੀ ਵੀ ਜਦੋਂ ਤੁਸੀਂ ਲੋਕਾਂ ਨੂੰ, ਤਾਂ ਲੋਕ ਸਮਝੋ, ਲੋਕਾਂ ਨੇ ਸਵਾਲ ਸਰਕਾਰ ਨੂੰ ਕਰਨੇ ਆ। ਇੱਥੋਂ ਦੇ ਜਿਹੜੇ ਹੈੱਡ ਨੇ, ਯੂਨੀਵਰਸਿਟੀ ਆਪ ਖੁਦ ਮੁਖਤਿਆਰ ਆ, ਇਹਦੇ ਪ੍ਰਬੰਧਾਂ ਨੂੰ ਦੇਖਣਾ VC ਸਾਹਿਬ ਨੇ। ਤੇ ਜੇ ਇਹ ਤਾਂ ਹੁਣ ਤੁਸੀਂ ਆਪ ਸ਼ਹਿਰ ਦੇ ਨਾਲ ਤੁਸੀਂ ਦੇਖਦੇ ਹੋ ਮਰੀਜ਼ਾਂ ਦਾ ਕੀ ਹਾਲ ਆ। ਤੇ ਇਸ ਕਰਕੇ VC ਜਿਹੜਾ ਸਿਹਤ ਮੰਤਰੀ ਸਾਹਿਬ ਨੇ ਕੱਲ੍ਹ ਦਾ ਜਿਹੜਾ ਇੱਥੋਂ ਦਾ ਦੌਰਾ ਕੀਤਾ, ਜੋ ਇਹਨਾਂ ਨੂੰ ਅਹਿਸਾਸ ਕਰਾਇਆ, ਬਿਲਕੁਲ ਸਹੀ ਆ। ਅਸੀਂ ਡਟ ਕੇ ਮੰਤਰੀ ਸਾਹਿਬ ਦੀ ਹਮਾਇਤ ਕਰਦੇ, ਆਸ ਕਰਦੇ ਹਾਂ ਕਿਤੇ ਇਹ ਨਾ ਹੋਵੇ ਦਿੱਲੀ ਜਾ ਕੇ ਤੁਸੀਂ ਆਪਣਾ ਫੈਸਲਾ ਵਾਪਸ ਲੈ ਲਓ। ਜਿਹੜੇ ਮਤਲਬ ਕਰਪਟ ਲੋਕ ਨੇ, ਜਿਨ੍ਹਾਂ ਨੇ ਘਰਾਂ ਜਾ ਕੇ ਪ੍ਰਾਈਵੇਟ ਪ੍ਰੈਕਟਿਸ ਕਰਨੀਆਂ, ਕਿਉਂ MR ਤੋਂ ਕਮਿਸ਼ਨ ਖਾਣੇ ਆ, ਉਹ ਤਾਂ ਇੱਕ ਪਾਸੇ ਖੜਨਗੇ ਵੀ ਜੇ ਕੱਲ੍ਹ ਨੂੰ ਇਨਕੁਆਰੀਆਂ ਖੁੱਲ੍ਹ ਗਈਆਂ, ਗੈਰ ਕਾਨੂੰਨੀ ਨਿਯੁਕਤੀਆਂ ਕੀਤੀਆਂ VC ਸਾਹਿਬ ਨੇ। ਮੈਂ ਸੋਨੀ ਸਾਹਿਬ ਨੂੰ ਕਿਹਾ, ਢਿੱਲੋਂ ਸਾਹਿਬ ਦੇ ਕੋਲੇ, SSP ਸਾਹਿਬ ਨੂੰ ਕਿਹਾ, ਇਸ ਸਰਕਾਰ ਨੂੰ ਕਿਹਾ ਵੀ ਆਹ ਗੈਰ ਕਾਨੂੰਨੀ ਨਿਯੁਕਤੀਆਂ ਤੇ ਇਹਨਾਂ 'ਤੇ ਤੁਸੀਂ ਕੋਈ ਕਾਰਵਾਈ ਕਰੋ। ਇੱਕ ਮਿੰਟ, ਸੌਰੀ। ਤੇ ਸਾਡੇ ਨਾਲ ਸੋਨੀਆ ਮਾਨ ਜੀ ਇੱਥੇ ਪਹੁੰਚੇ ਹੈ। ਮਾਨ ਸਾਹਿਬ, ਅੱਜ ਕਿਉਂ ਲੋੜ ਪਈ ਤੁਹਾਨੂੰ? ਕੱਲ੍ਹ ਜਿਹੜੀ ਇਹ ਘਟਨਾ ਵੱਡੀ ਵਾਪਰੀ ਹੈ, ਅੱਜ ਤੁਸੀਂ ਇੱਥੇ ਪਹੁੰਚੇ?
ਵੇਖੋ ਜੀ, ਮੈਂ ਇਹ ਦੇਖਣ ਵਾਸਤੇ ਆਈ ਸੀਗੀ, ਬਹੁਤ ਸਾਰੀ ਕੰਟਰੋਵਰਸੀ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਤੇ ਔਰ ਬਹੁਤ ਸਾਰੇ ਲੋਕੀ ਮਿਨਿਸਟਰ ਸਾਹਿਬ ਦੇ ਖਿਲਾਫ ਚੱਲ ਰਹੇ ਸੀਗੇ, ਬਹੁਤ ਸਾਰੇ ਪੋਲੀਟੀਕਲ ਲੋਕੀ ਉਹਨਾਂ ਦੇ ਖਿਲਾਫ ਕਮੈਂਟ ਕਰ ਰਹੇ ਸੀਗੇ। ਸੋ ਮੈਨੂੰ ਲੱਗਦਾ ਸੀਗਾ ਇੱਕ ਵਾਰੀ ਇੱਥੇ ਆ ਕੇ ਦੇਖਣਾ ਚਾਹੀਦਾ ਹੈ, ਇੱਥੋਂ ਦੇ ਸਟਾਫ ਨਾਲ ਗੱਲ ਕਰਨੀ ਚਾਹੀਦੀ ਹੈ, ਇੱਥੋਂ ਦੇ ਹਸਪੀਟਲ ਨੂੰ ਦੇਖਣਾ ਚਾਹੀਦਾ ਵੀ ਅਸਲ ਗੱਲ ਹੈ ਕੀ। ਉਹ ਦੇਖੀ ਹੈ, ਉਹਦੇ ਵਿੱਚ ਮਿਨਿਸਟਰ ਸਾਹਿਬ ਬਿਲਕੁਲ ਸਹੀ ਨੇ, ਜਿਹੜੇ ਅੱਜ ਤੱਕ ਦੀ 70 ਸਾਲਾਂ ਦੀ ਗਵਰਨਮੈਂਟਸ ਦੇ ਵਿੱਚ ਕਦੀ ਨਹੀਂ ਹੋਇਆ ਕਿ ਕੋਈ ਮਿਨਿਸਟਰ ਨੇ ਆ ਕੇ ਸਹੀ ਫੈਸਲਾ ਲੈ ਕੇ। ਇੰਨੇ ਲੈਵਲ ਤੇ ਤੁਸੀਂ ਜਾ ਕੇ ਦੇਖ ਕੇ ਆਓ ਸਾਰੇ ਜੋ ਕੁਝ ਉਹਨਾਂ ਨੇ ਵੇਖਿਆ? ਦੇਖੋ ਜੀ, ਮੈਂ ਅੰਦਰ ਜਾ ਕੇ ਦੇਖਿਆ ਰੂਮਸ ਦੀ ਕੀ ਹਾਲਤ ਹੈ, ਗੱਦਾ ਦਿਖਾਇਆ, ਉੱਲੀ ਲੱਗੀ ਹੋਈ ਹੈ, ਜੰਗਾਲ ਲੱਗੇ ਹੋਏ ਨੇ, ਵਾਸ਼ਰੂਮ ਚੋਂ ਗੰਦੀ ਸਮੈਲ ਆਉਂਦੀ ਹੈ। ਇਹਨਾਂ ਨੇ ਦੱਸਿਆ ਇੱਥੋਂ ਦਾ ਸਟਾਫ ਥੋੜਾ ਝੂਠ ਬੋਲੂਗਾ ਜਿਹੜਾ ਉੱਥੇ ਬੈਠਾ ਹੈ ਧਰਨੇ ਤੇ ਅੱਜ, ਰਾਈਟ। ਉਹਨਾਂ ਨੇ ਦੱਸਿਆ ਆਪਰੇਸ਼ਨ ਥੀਏਟਰਸ ਦੇ ਵਿੱਚ ਪੱਖੇ ਲੱਗੇ ਨੇ, ਏਸੀ ਤੱਕ ਨਹੀਂ ਲੱਗੇ, ਇਹਨਾਂ ਦੇ ਪ੍ਰਾਈਵੇਟ ਰੂਮਸ ਦੇ ਵਿੱਚ ਲੱਗੇ ਨੇ। ਫੋਨ ਦੀ ਲਾਈਟ ਜਗਾ ਕੇ ਤੁਸੀਂ ਆਪਰੇਟ ਕਰਦੇ ਹੋ, ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ? ਔਰ ਤੁਸੀਂ ਮੁੱਦਾ ਬਣਾ ਰਹੇ ਹੋ ਕਿ ਉਹਨਾਂ ਨੂੰ ਲਟਾਤਾ ਤੇ ਉੱਠ ਖੜੇ ਕਰਤਾ। ਮੈਨੂੰ ਇੱਕ ਗੱਲ ਦੱਸੋ, ਆਮ ਲੋਕ, ਮਜ਼ਦੂਰ, ਕਿਸਾਨ ਤੋਂ ਵੱਡਾ ਕੋਈ ਹੋ ਸਕਦਾ ਹੈ? ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਡਾਕਟਰ ਰੱਖੇ ਗਏ ਨੇ, ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਮਿਨਿਸਟਰੀਆਂ ਹੁੰਦੀਆਂ ਨੇ, ਗਵਰਨਮੈਂਟਸ ਹੁੰਦੀਆਂ ਨੇ, ਲੋਕਤੰਤਰ ਆ, ਇੱਥੇ ਲੋਕਾਂ ਦੀ ਆਵਾਜ਼ ਹੁੰਦੀ ਹੈ। ਤੇ ਜੇ ਆਮ ਲੋਕ ਵਿਚਾਰਾ, ਕਿਸਾਨ, ਮਜ਼ਦੂਰ ਪ੍ਰਾਈਵੇਟ ਹਸਪੀਟਲ ਨੂੰ ਅਫੋਰਡ ਨਹੀਂ ਕਰ ਪਾਉਂਦਾ, ਉਹ ਪੀਜੀਆਈ ਇਸੇ ਕਰਕੇ ਖੋਲ੍ਹਿਆ ਗਿਆ ਨਾ ਵੀ ਵਿਚਾਰਿਆਂ ਨੂੰ ਉਹਨਾਂ ਨੂੰ ਦਵਾਈ ਦਿੱਤੀ ਜਾਵੇ, ਉਹਨਾਂ ਨੂੰ ਠੀਕ ਕਰਕੇ ਭੇਜਿਆ ਜਾਵੇ। ਇੱਥੇ ਇੰਨਾ ਬੁਰਾ ਹਾਲ ਹੈ ਕਿ ਇੱਥੇ ਕਲੀਨਨੈਸ ਨਾਮ ਦੀ ਚੀਜ਼ ਨਹੀਂ ਹੈਗੀ ਤੇ ਉਹ ਬਿਮਾਰ ਹੋ ਕੇ ਹੋਰ ਜਾਊਗਾ। ਸੋ ਮੈਂ ਕਹਿੰਦੀ ਹਾਂ ਵੀ ਇਹ ਬਿਲਕੁਲ ਸਹੀ ਮੁੱਦਾ ਚੱਕਿਆ ਹੈ ਔਰ I actually salute and appreciate Minister। ਤਾਂ ਅਮਤੋਜ ਮਾਨ ਜੀ ਸਾਡੇ ਨਾਲ। ਮਾਨ ਸਾਹਿਬ, ਕਿਵੇਂ ਲੱਗਦਾ ਹੈ ਕੱਲ ਜਿਹੜੀ ਵੱਡਾ ਜਿਹੜਾ ਐਪੀਸੋਡ ਹੋਇਆ, ਇੱਥੇ ਸਿਹਤ ਮੰਤਰੀ ਆਉਂਦੇ ਆ ਜਿਹੜੇ ਬਰੀਕੀ ਦੇ ਨਾਲ 1.25 ਘੰਟੇ ਦੇ ਕਰੀਬ ਉਹਨਾਂ ਨੇ ਪੂਰੇ ਜਿਹੜਾ ਹਸਪਤਾਲ ਦਾ ਦੌਰਾ ਕੀਤਾ, ਪਹਿਲੀ ਵਾਰ ਹੋਇਆ ਕਿਸੇ ਮੰਤਰੀ ਨੇ ਇੰਨੇ ਬਰੀਕੀ ਦੇ ਨਾਲ ਜਾਂਚ ਕੀਤੀ। ਸ਼ੁਕਰ ਹੈ ਰੱਬ ਦਾ, ਇਹ ਗੱਲਾਂ ਵੀ ਸ਼ੁਰੂ ਹੋਈਆਂ ਨੇ, ਸ਼ੁਕਰ ਹੈ। ਮੈਂ ਤਾਂ ਖੁਸ਼ ਹਾਂ ਇਸ ਗੱਲ ਤੇ ਕਿ ਇੰਨੀ ਬਰੀਕੀ ਚਾਹੇ ਔਰ ਉਹਨਾਂ ਨੇ ਉਹਦਾ ਨਿਰੀਖਣ ਕੀਤਾ ਹੈ। ਹੁਣ ਨਿਰੀਖਣ ਕਰਕੇ ਇਹ ਅਸਤੀਫੇ ਵਾਲਾ ਮਸਲਾ ਤਾਂ ਚਲੋ ਜੋ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਫੈਸਲਾ ਹੈ, ਕਿਉਂਕਿ ਜੇ ਕੋਈ 8 ਸਾਲਾਂ ਤੋਂ ਇਸ ਹਸਪੀਟਲ ਦਾ ਬੁਰਾ ਹਾਲ ਹੈ ਔਰ ਸਭ ਤੋਂ ਉੱਪਰ ਜੋ ਸੁਪਰੀਮ ਪਾਵਰ ਤੇ ਬੈਠਾ ਉਹ ਬੰਦਾ ਰਿਸਪੌਂਸੀਬਲ ਤਾਂ ਹੈ ਇਹਦੇ ਲਈ। ਜੇ ਨਹੀਂ ਰਿਸਪੌਂਸੀਬਲ ਤਾਂ ਉਹ ਦੱਸਿਓ ਉਹਨੇ ਕੀ ਐਫਰਟ ਕੀਤੇ ਸੀਗੇ ਜਿਹੜੇ ਨਹੀਂ ਸਰਕਾਰ ਨੇ ਮੰਨੇ ਅੱਗੋਂ, ਔਰ ਜੇ ਹੈ ਰਿਸਪੌਂਸੀਬਲ ਉਹ ਅਸਤੀਫਾ ਕਬੂਲ ਕਰੋ ਔਰ ਜਿਹੜੇ ਨਵੇਂ ਅੱਗੇ ਆ ਰਹੇ ਨੇ ਉਹਨਾਂ ਤੋਂ ਇਹਨਾਂ ਤਕਲੀਫਾਂ ਨੂੰ ਜਾਣੂ ਕਰਾਇਆ ਜਾਵੇ ਔਰ ਉਹਨਾਂ ਦਾ ਹੱਲ ਕੱਢਿਆ ਜਾਵੇ। ਕਿਉਂਕਿ ਚਾਹੇ ਵੀਸੀ ਹੋਣ, ਉਹਨਾਂ ਨੇ ਅੱਗੇ ਹੈਲਥ ਮਿਨਿਸਟਰੀ ਨਾਲ ਮਿਲਣਾ, ਹੈਲਥ ਮਿਨਿਸਟਰ ਆਲਰੇਡੀ 1.25 ਘੰਟਾ ਲਾ ਗਏ ਨੇ, ਤਾਂ ਉਹਨਾਂ ਨੂੰ ਵਿਖਾਓ ਭਾਈ ਆਪਰੇਸ਼ਨ ਥੀਏਟਰ ਦਾ ਆਹ ਹਾਲ ਹੈ, 70 ਬੰਦਿਆਂ ਪਿੱਛੇ ਇੱਕ ਨਰਸ ਹੈ ਜਿਹੜੀ ਕਿ 40 ਪਿੱਛੇ ਹੋਣੀ ਚਾਹੀਦੀ ਹੈ। ਜਿਹੜੀਆਂ ਚੀਜ਼ਾਂ ਸਾਹਮਣੇ ਪਈਆਂ ਸਹੀ ਕੀਤਾ ਜਾ ਸਕਦਾ ਜਿਨ੍ਹਾਂ ਨੂੰ ਉਹਨਾਂ ਨੂੰ ਕਰਨਾ ਚਾਹੀਦਾ। ਮਾਨ ਸਾਹਿਬ, ਇੱਕ ਵੱਡਾ ਸਵਾਲ ਖੜਾ ਹੋ ਰਿਹਾ, ਲੋਕ ਐਪਰੀਸ਼ੀਏਟ ਜ਼ਰੂਰ ਕਰ ਰਹੇ ਵੀ ਜਿਹੜੇ ਸਿਹਤ ਮੰਤਰੀ ਆਏ ਉਹਨਾਂ ਨੇ ਜਿਹੜਾ ਗਰਾਊਂਡ ਲੈਵਲ ਤੇ ਜਾ ਕੇ ਜਿਹੜੀ ਇਹ ਸਾਹਮਣੇ ਲਿਆਂਦੀ ਹੈ ਸਾਰਾ ਚੀਜ਼ ਹੈ ਕੀ ਹਸਪਤਾਲ ਦੇ ਵਿੱਚ ਕਿੰਨੇ ਕੁ ਮਾੜੇ ਹਾਲਾਤ ਨੇ। ਪਰ ਇੱਕ ਸਵਾਲ ਵੱਡਾ ਖੜਾ ਹੋ ਰਿਹਾ ਕਿ ਵੀ ਜਿਹੜਾ ਰੁਤਬਾ ਨੇ ਉਹਨਾਂ ਵੱਲੋਂ ਦੇਖਿਆ ਗਿਆ ਆਪਦੇ ਅਫਸਰ ਦਾ, ਉਸ ਰੁਤਬੇ ਦੇ ਹਿਸਾਬ ਨਾਲ ਜਿਹੜੀ ਉਹਨਾਂ ਨੇ ਕੱਲ ਉਹਨਾਂ ਨੂੰ ਲੁਟਾਇਆ ਉਹ ਨਹੀਂ ਹੋਣਾ ਚਾਹੀਦੀ ਸੀ। ਮੈਨੂੰ ਗੱਲ ਅਸਲ 'ਚ ਇਸ਼ੂ ਡੀਰੇਲ ਕੀਤਾ ਜਾ ਰਿਹਾ ਹੈ। ਇਸ਼ੂ ਤਾਂ ਇਹ ਹੈ ਹੀ ਨਹੀਂ ਲਟਾਉਣਾ ਜਾਂ ਨਾ ਲਟਾਉਣਾ। ਔਰ ਮੈਨੂੰ ਸਮਝ ਨਹੀਂ ਆਉਂਦੀ, ਜੇ ਕਿਸੇ ਬੰਦੇ ਨੂੰ ਆਪਾਂ ਇਹ ਕਹਿੰਦੇ ਯਾਰ ਤੂੰ ਪੈ ਸਕਦਾ ਹੈ, ਦੂਜੇ ਤਾਂ ਪੈ ਸਕਦੇ ਨੇ, ਮਰੀਜ਼ ਪੈਂਦੇ ਨੇ, ਤੂੰ ਪੈ ਸਕਦਾ ਹੈ, ਤਾਂ ਬੰਦਾ ਪੈ ਜੇ। ਇਹ 'ਚ ਕੀ ਮਸਲਾ ਹੋ ਗਿਆ? ਜਾਂਦਾ ਹੁੰਦੇ ਨਾ ਉਹਨਾਂ ਦੀ ਬਾਂਹ ਫੜ ਕੇ ਉਹ ਕਹਿ ਰਹੇ ਪਿੱਛੇ ਨੂੰ ਭੱਜ ਰਹੇ ਤੇ ਬਾਂਹ ਫੜ ਕੇ ਪਾ ਰਹੇ ਨੇ, ਇਹੋ ਜਿਹਾ ਤਾਂ ਕੁਛ ਨਹੀਂ ਗਾ ਯਾਰ। ਇਹ ਮਸਲਾ ਕੀ ਹੈ ਨਾ, ਮੈਨੂੰ ਇਸ ਗੱਲ 'ਤੇ ਸਭ ਤੋਂ ਜ਼ਿਆਦਾ ਅਫਸੋਸ ਕਿਉਂ ਮੇਰੇ ਆਉਣ ਦੀ ਵਜ੍ਹਾ ਵੀ ਇੱਕ ਇਹੀ ਬਣਿਆ ਕਿ ਤੁਸੀਂ ਇਸ ਅਸਲ ਇਸ਼ੂ ਦਾ ਪਾਸੇ ਹੀ ਚਲਿਆ ਗਿਆ ਕਿ ਮਰੀਜ਼ਾਂ ਦੀ ਹਾਲਤ ਨੂੰ ਬੈਟਰ ਕਿਵੇਂ ਕਰਨਾ ਹੈ। ਇਸ਼ੂ ਹੀ ਕੁਝ ਹੋਰ ਬਣਾ ਦਿੱਤਾ ਗਿਆ ਕਿ ਪਾਉਣਾ ਸਹੀ ਸੀ ਜਾਂ ਗਲਤ ਸੀ, ਇਹ ਗ੍ਰੇਸਫੁਲ ਸੀ ਜਾਂ ਨਹੀਂ ਗ੍ਰੇਸ ਨਹੀਂ ਸੀ ਇਹਦੇ 'ਚ। ਉਹ ਅਸਲ ਇਸ਼ੂ ਤਾਂ ਇਹ ਹੈ ਵੀ ਉਹ ਜਿਹੜੇ ਮਰੀਜ਼ ਪਿੰਡਾਂ 'ਚੋਂ ਆਉਂਦੇ ਨੇ ਪੀਜੀਆਈ ਇਹਨੂੰ ਸਮਝਦੇ ਨੇ ਮਾਲਵੇ ਦਾ, ਉਹਨਾਂ ਨੂੰ ਕੀ ਉਹ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਨੇ ਜੋ ਹੋਣੀਆਂ ਚਾਹੀਦੀਆਂ ਇੱਕ ਮਰੀਜ਼ ਨੂੰ, ਜਿਹਦੇ ਨਾਲ ਉਹ ਉਮੀਦ ਰੱਖ ਕੇ ਆਉਂਦੇ ਔਰ ਉਹ ਸਹੀ ਹੋ ਸਕਣ। ਉਹ ਗੱਲ ਹੋਣੀ ਚਾਹੀਦੀ ਹੈ। ਵੀਸੀ ਨੇ ਜਿਹੜਾ ਅਸਤੀਫਾ ਦਿੱਤਾ ਉਹਨੂੰ ਸਹੀ ਮੰਨਦੇ ਹੋ ਤੁਸੀਂ ਵੀ ਦੇਣਾ ਚਾਹੀਦਾ ਸੀ ਜਾਂ ਨਹੀਂ, ਜਾਂ ਉਹਨੂੰ ਸੋਚਣਾ ਚਾਹੀਦਾ ਸੀ, ਆਪ ਦੇ ਬਾਰੇ ਸੋਚਣਾ ਚਾਹੀਦੀ ਜੇ ਮੇਰੇ ਤੇ ਸਵਾਲ ਉੱਠੇ ਹੈ ਮੈਂ ਗਲਤ ਹਾਂ ਜਾਂ ਸਰਕਾਰ ਗਲਤ? ਯੈਸ, ਉਹਨਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਸੀ, ਜਾਂ ਫਿਰ ਅਸੀਂ ਅਸਤੀਫੇ ਨੂੰ ਕੀ ਮੰਨਦੇ ਕਿ ਜਵਾਬ ਤੁਹਾਡੇ ਕੋਲੇ ਹੈ ਨਹੀਂ ਸੀ, ਤੁਸੀਂ ਅਸਤੀਫਾ ਦਿੱਤਾ। ਜਵਾਬ ਇਹ ਦੇਣਾ ਚਾਹੀਦਾ ਸੀ ਕਿ OPD ਦੇ ਵਿੱਚ ਰੂੰ ਤੱਕ ਹੈ ਨਹੀਂ ਇੰਜੈਕਸ਼ਨ ਲਾਉਣ ਲਈ, ਮੋਬਾਈਲ ਦੀ ਲਾਈਟ 'ਚ ਆਪਰੇਸ਼ਨ ਹੁੰਦਾ ਹੈ ਜਾਂ ਟੰਕੇ ਲਾਏ ਜਾਂਦੇ ਨੇ। ਆਹ ਹਾਲ ਹੈ ਯਾਰ। ਔਰ ਪਿਛਲੇ 8 ਸਾਲਾਂ ਤੋਂ ਇੱਥੇ ਹੋਣ, 8 ਸਾਲਾਂ ਤੋਂ ਮੰਨ ਲਓ ਮੇਰੀ ਕੋਈ ਮਨ ਉੱਤੇ ਨਹੀਂ ਮੰਨਦਾਗਾ, ਮੈਂ ਲਿਖ ਕੇ ਦਿੱਤਾ ਹੈ, ਮੈਂ ਬਹੁਤ ਜ਼ੋਰ ਲਾਇਆ ਤੇ ਮੈਂ ਪਾਸੇ ਹਟਾਂ, ਫਿਰ ਮੈਂ ਕਿਉਂ ਰਹੂੰਗਾ ਉੱਥੇ। 8 ਸਾਲਾਂ ਤੋਂ ਤੁਸੀਂ ਹੈਗੇ ਹੋ ਔਰ ਇੰਨਾ ਬੁਰਾ ਹਾਲ ਹੁੰਦਾ ਜਾ ਰਿਹਾ। ਆਹ ਗੱਲ ਕਰ ਰਹੇ ਸੀ, ਆਂਦੇ ਜੀ ਡਾਕਟਰਾਂ ਦਾ ਪਸੀਨਾ ਤੱਕ ਆਪਰੇਸ਼ਨ ਮਤਲਬ ਜਿਹਦਾ ਹੋ ਰਿਹਾ ਉਹਦੇ ਉੱਤੇ ਡੁੱਲਦਾ, ਮਤਲਬ AC ਅਵੇਲੇਬਲ ਨਹੀਂ ਗਾ OPD ਦੇ ਵਿੱਚ।
ਪੱਖਾ ਕਰਕੇ ਆਪਰੇਸ਼ਨ ਕਰਦੇ, ਉਹ ਵੀ ਲਾਈਟ ਚਲੀ ਜਾਂਦੀਆਂ ਦੇ ਸਮ ਟਾਈਮ। ਇੱਕ ਵਾਰੀ ਇੱਕ ਡਾਕਟਰ ਕੇ ਨਰਸ ਬੇਹੋਸ਼ ਹੋ ਗਈ ਸੀ ਇਹਦੇ ਵਿੱਚ ਹੀ ਆਪਰੇਸ਼ਨ ਦੇ। ਮਰੀਜ਼ ਉੱਠ ਕੇ ਭੱਜ ਗਿਆ ਓਟੀ ਚੋਂ। ਮਰੀਜ਼ ਆ ਲਓ ਸੁਣੋ ਆ ਦੇ ਮਰੀਜ਼ ਉੱਠ ਕੇ ਓਪੀਡੀ ਚੋਂ ਭੱਜ ਗਿਆ, ਓਟੀ ਦੇ ਵਿੱਚੋਂ ਆਪਰੇਸ਼ਨ ਥੀਏਟਰ ਦੇ ਵਿੱਚੋਂ ਭੱਜ ਗਿਆ। ਤੁਸੀਂ ਪਹਿਲਾਂ ਆਪਦੀ ਜ਼ਿੰਦਗੀ 'ਚ ਕਿਤੇ ਦੇਖਿਆ ਕਿਸੇ ਅਫਸਰ ਦੇ ਨਾਲ, ਇਸ ਰੁਤਬੇ ਵਾਲੇ ਅਫਸਰ ਦੇ ਨਾਲ ਅਜਿਹੀ ਘਟਨਾ ਵਾਪਰੀ ਹੋਵੇ, ਕਿਸੇ ਮੰਤਰੀ ਵੱਲੋਂ ਜਾਂ ਕਿਸੇ ਵੱਲੋਂ, ਜਾਂ ਹੁਣ ਜਿਵੇਂ ਉਸ ਵੀਸੀ ਨੂੰ ਖੁਦ ਨੂੰ ਕਹਿਣਾ ਪੈ ਰਿਹਾ ਵੀ ਮੈਨੂੰ ਜ਼ਿੰਦਗੀ ਦੇ ਵਿੱਚ ਪਹਿਲੀ ਨਮੋਸ਼ੀ ਚੱਲਣੀ ਪਈ ਹੈ ਆਪਦੀ ਡਿਊਟੀ ਦੌਰਾਨ ਜਾਂ ਸੇਵਾਵਾਂ ਦਿੱਤੀਆਂ ਜੋ? ਤੇ ਨਹੀਂ ਖੜਨਾ ਚਾਹੀਦਾ, ਲਿਟਣਾ ਚਾਹੀਦਾ ਸੀ। ਜੇ ਉਹਨਾਂ ਨੂੰ ਇੰਨਾ ਬੁਰਾ ਲੱਗ ਰਿਹਾ, ਉਹਨਾਂ ਨੇ ਕਿਹਾ ਜੀ ਤੁਸੀਂ ਲੇਟ ਸਕਦੇ ਹੋ, ਕਹਿ ਦਿੰਦੇ ਨਹੀਂ, ਕਹਿ ਦਿੰਦੇ। ਇਹ 'ਚ ਕੀ ਗੱਲ ਸੀ, ਲਿਟਣਾ ਕਿਉਂ ਸੀ ਫਿਰ? ਜੈਸ ਸੀ ਕਹਿਣਾ ਫਿਰ ਉਹਨਾਂ ਨੂੰ ਮੰਤਰੀ ਸਾਹਿਬ ਨੇ। ਇਹ 'ਚ ਕੀ ਉਹਨਾਂ ਨੇ ਪੁੱਛਿਆ ਹੀ ਸੀਗਾ, ਤੁਸੀਂ ਲੇਟ ਸਕਦੇ ਹੋ, ਕਹਿ ਦਿੰਦੇ ਨਹੀਂ ਸਰ। ਇਹ 'ਚ ਕੀ ਗੱਲ ਹੈ? ਜੇ ਤੁਹਾਨੂੰ ਇਹ ਇੰਨਾ ਹੀ ਆਪਦੀ ਡਿਗਨਿਟੀ ਦੇ ਖਿਲਾਫ ਰੱਖ ਲਿਆ, ਉਦੋਂ ਵਿਰੋਧ ਕਰੋ ਨਾ ਯਾਰ, ਬਾਅਦ 'ਚ ਬੋਲਣ ਦੀ ਕੀ ਲੋੜ ਹੈ? ਹੁਣ ਉਸੇ ਬੈੱਡ ਤੇ ਬੱਚੇ ਪਏ ਨੇ, ਉਦੋਂ ਪਹਿਲਾਂ ਮਰੀਜ਼ ਪਏ ਸੀ। ਜੇ ਉਹ ਪੈ ਸਕਦੇ ਨੇ ਤਾਂ ਇਹ ਪੈ ਗਏ, ਤਾਂ ਫਿਰ ਕੀ ਹੋ ਗਿਆ ਯਾਰ? ਜਾਂ ਬਦਤਮੀਜ਼ੀ ਕਰਕੇ ਕਿਹਾ ਪਾਏ ਓਏ, ਖਿੱਚ ਕੇ ਪਾਇਆ ਹੋਵੇ, ਕੁਛ ਨਹੀਂ ਐ ਜਾ ਹੋਇਆ ਯਾਰ। ਡੀਰੇਲ ਕੀਤਾ ਜਾ ਰਿਹਾ। ਮੇਰਾ ਵਾਰ-ਵਾਰ ਤੁਹਾਨੂੰ ਇੱਕੋ ਹੀ ਮੇਰੀ ਬੇਨਤੀ ਹੈ ਕਿ ਇਸ ਇਸ਼ੂ ਨੂੰ ਬਦਲਿਆ ਜਾ ਰਿਹਾ। ਇਸ਼ੂ ਹੈਗਾ ਕਿ ਜਿਵੇਂ ਸਾਡੇ ਉੱਤੇ ਕਿਸਾਨ ਅੰਦੋਲਨ ਵੇਲੇ ਸੀ, ਇਹ ਮਾਓਵਾਦੀ ਹੈ, ਇਹ ਆਤੰਕਵਾਦੀ ਹੈ। ਕਿਸਾਨ ਅਸੀਂ ਸਾਰਿਆਂ ਦੇ ਯਾਰ, ਸਾਡੀਆਂ ਮੰਗਾਂ ਦੱਸੋ, ਗਲਤ ਹੈ ਜਾਂ ਸਹੀ ਹੈ? ਮਾਨ ਸਾਹਿਬ ਫਿਰ ਮੰਤਰੀ ਨੇ ਬਾਈਟ ਦੇ ਵਿੱਚ ਇਹ ਗੱਲ ਕਿਉਂ ਕਹੀ, ਮੈਂ ਕਮੀਆਂ ਦੇਖਣ ਨਹੀਂ ਆਇਆ ਸੀ, ਹਾਲਾਂਕਿ ਕੱਢੀਆਂ ਹੀ ਕਮੀਆਂ ਉਹਨਾਂ ਨੇ ਬਾਈਟ ਦੇ ਵਿੱਚ ਇਹ ਕਿਉਂ ਗੱਲ ਨਹੀਂ ਮੰਨੀ? ਉਹਨਾਂ ਨੇ ਬਾਈਟ ਦੇ ਵਿੱਚ ਇਹ ਕਿਹਾ ਕਿ ਮੈਂ ਕਮੀਆਂ ਕੱਢਣ ਨਹੀਂ ਆਇਆ ਇੱਥੇ। ਤੇ ਕੀ ਕਰਨ ਆਏ ਸੀ? ਜੇ ਸਵਾ ਘੰਟਾ ਤੁਸੀਂ ਕਿਹਾ ਲਾਇਆ, ਇੰਨੀ ਡਿਟੇਲ ਦੇ ਵਿੱਚ ਉਹਨਾਂ ਨੇ ਵੇਖਿਆ, ਤੇ ਇਹਦਾ ਮਤਲਬ ਕੀ ਹੁੰਦਾ? ਕਮੀਆਂ ਨਹੀਂ ਵੇਖਦੇ ਤੁਸੀਂ, ਕੱਲੀਆਂ ਕਮੀਆਂ ਕੱਢਣ ਨਹੀਂ ਆਉਂਦੇ। ਜਿਹੜੀ ਕੋਈ ਚੰਗੀ ਚੀਜ਼ ਹੋ ਰਹੀ ਹੈ ਤੁਸੀਂ ਤਾਰੀਫ ਵੀ ਕਰਦੇ ਹੋ। ਕਹਿੰਦੇ ਮੈਨੂੰ ਮੈਂ ਦੇਖਣਾ ਆਇਆ ਸੀ ਵੀ ਕਿਸ ਚੀਜ਼ ਦੀ ਲੋੜ ਹੈ ਹਸਪਤਾਲ ਨੂੰ, ਕਿਹੜੇ ਡਾਕਟਰਾਂ ਦੀ ਲੋੜ ਹੈ, ਇਹ ਚੀਜ਼ ਦੇਖਣਾ। ਜੇ ਹੋਣੀ ਨਹੀਂ ਨਾਲ, ਜਿਵੇਂ ਮੈਂ ਨਰਸਾਂ ਵਾਲਾ ਦੱਸਿਆ ਤੁਹਾਨੂੰ 70 ਤੋਂ 40 ਕਰਨਾ ਚਾਹੀਦਾ। ਐਂ ਤੁਹਾਡੀਆਂ ਉਹ ਐਕਸਰੇ ਮਸ਼ੀਨਸ ਅਵੇਲੇਬਲ ਨੇ, MRI ਮਸ਼ੀਨਸ ਸਹੀ ਨੇ, ਨਹੀਂ ਗਈਆਂ ਸਹੀ। ਉਹਨਾਂ ਦੇ ਟੈਕਨੀਸ਼ੀਅਨ ਅਵੇਲੇਬਲ ਨੇ, ਨਹੀਂ ਗਏ ਅਵੇਲੇਬਲ। ਇਹੀ ਤਾਂ ਗੱਲਾਂ। ਇਹਨੂੰ ਕੀ ਕਹਿ ਲਓ ਤੁਸੀਂ, ਕਮੀ ਨਾ ਕਹੋ, ਇਹਨੂੰ ਇਹ ਕਹਿ ਦਿਓ ਵੇਖਣਾ ਹੈ ਜਿਹੜੀ ਫੈਸਿਲਿਟੀਜ਼ ਹੈ ਨਹੀਂ ਗਿਆ। ਮੈਂ ਕੀ ਕਹਿ ਰਿਹਾ ਨਾ, ਸ਼ਬਦਾਂ ਨੂੰ ਉਲਝਾਇਆ ਜਾ ਰਿਹਾ, ਅਸਲ ਮੁੱਦੇ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਅਸਲ ਕੌਣ ਕਰ ਰਿਹਾ? ਵਿਰੋਧੀ ਕਰ ਰਿਹਾ ਜਾਂ ਕਿਤੇ ਨਾ ਕਿਤੇ ਲੋਕਾਂ ਨੂੰ ਜਿੱਥੇ ਉਹ ਗੱਲ ਲੱਗੀ ਹੈ ਵੀ ਇਹ ਗਲਤ ਹੋ ਰਿਹਾ, ਉਹ ਕਰ ਰਿਹਾ? ਫੈਸਲਾ ਲੋਕ ਕਰਨ ਕੇ ਕੌਣ ਕੋਸ਼ਿਸ਼ ਕਰ ਰਿਹਾ? ਮੈਂ ਕਹੂੰਗਾ ਤਾਂ ਐਂ ਲੱਗੂਗਾ ਮੈਂ ਉਹਨਾਂ ਦੇ ਮੂੰਹ 'ਚ ਆਵਾਜ਼ ਪਾ ਰਿਹਾ। ਜਿਹੜੇ ਬੰਦੇ ਆ ਕੋਲੇ ਉਹਨਾਂ ਗੱਲਾਂ ਦਾ ਜਵਾਬ ਨਹੀਂਗਾ, ਉਹ ਹਮੇਸ਼ਾ ਮਸਲੇ ਨੂੰ, ਹੁਣ ਜਿਵੇਂ ਤੁਹਾਡੇ ਕਿਸੇ ਕੁਐਸਚਨ ਦਾ ਮੇਰੇ ਕੋਲੇ ਆਨਸਰ ਨਾ ਹੋਵੇ ਤਾਂ ਮੈਂ ਜੱਗ ਜਾਣ ਦੀਆਂ ਦੂਜੀਆਂ ਗੱਲਾਂ ਕਰਨ ਲੱਗ ਜਾ। ਉਹ ਕਰ ਰਹੇ ਹੁੰਦੇ ਨੇ ਕਿ ਅਸਲ ਮਸਲਾ ਆ ਹੈ, ਪ੍ਰੋਬਲਮ ਆ ਹੈ। ਉਹਨਾਂ ਪ੍ਰੋਬਲਮਾਂ ਨੂੰ ਸਹੀ ਨਹੀਂ ਹੋਤਾ ਗਿਆ ਪਿਛਲੇ 8 ਸਾਲਾਂ ਤੋਂ, ਤਾਂ ਹੂ ਇਜ਼ ਰਿਸਪੌਂਸਿਬਲ ਫॉर दैट? ਜੋ ਕੁਝ ਹੋਇਆ ਸਹੀ ਹੋਇਆ। ਮੈਨੂੰ ਲੱਗਦਾ ਉੱਪਰ ਵਾਲਾ ਜੋ ਕਰਦਾ ਸਹੀ ਕਰਦਾ। ਬਹੁਤ ਬਹੁਤ ਧੰਨਵਾਦ। ਤਾਂ ਤੁਸੀਂ ਸੁਣਿਆ ਗੁਰਪ੍ਰੀਤ ਸਿੰਘ ਚੰਦਬਾਜਾ ਨਾਲ ਪਹਿਲਾਂ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਹਰ ਇੱਕ ਲੋਕੇਸ਼ਨ ਜਿਹੜੀ ਉਹ ਮੈਡੀਕਲ ਦੀ ਮੰਤਰੀ ਦੇ ਧਿਆਨ ਦੇ ਵਿੱਚ ਲਿਆਂਦੀ ਹੈ। ਮੰਤਰੀ ਸਾਹਿਬ ਨੂੰ ਉੱਥੇ ਲੈ ਕੇ ਗਏ ਨੇ। ਉਸ ਤੋਂ ਬਾਅਦ ਹੀ ਜਿਹੜਾ ਇਹ ਸਭ ਕੁਝ ਨਿਕਲ ਕੇ ਸਾਹਮਣੇ ਆਇਆ। ਉਸ ਤੋਂ ਬਾਅਦ ਸੋਨੀਆ ਮਾਨ ਪਹੁੰਚੇ ਨੇ ਇੱਥੇ, ਸੋਨੀਆ ਮਾਨ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਵੀ ਕਿਹਾ ਕਿ ਜਦੋਂ ਇਹ ਸਵਾਲ ਖੜੇ ਹੋਣ ਲੱਗੇ ਕਿ ਆਖਿਰ ਕਿਉਂ ਹੋਇਆ, ਕਿਉਂ ਵੀਸੀ ਸਾਹਿਬ ਨੂੰ ਉੱਥੇ ਬੈੱਡ ਤੇ ਲਟਾਇਆ ਗਿਆ, ਉਸ ਤੋਂ ਬਾਅਦ ਉਹ ਇੱਥੇ ਪਹੁੰਚੇ ਹੈ। ਨਾਲ ਅਮਤੋਜ ਮਾਨ ਨੇ ਵੀ ਇਹੀ ਗੱਲ ਕਹੀ ਹੈ ਕਿ ਉਹਨਾਂ ਨੂੰ ਲਟਾਉਣ ਦਾ ਬਾਰੇ ਕਿਹਾ ਹੀ ਨਹੀਂ, ਸਿਰਫ ਉਹਨਾਂ ਨੂੰ ਤਾਂ ਇਹ ਕਿਹਾ ਗਿਆ ਤੁਸੀਂ ਵੀ ਪੈ ਸਕਦੇ ਹੋ ਇਸ ਬੈੱਡ ਤੇ। ਤਾਂ ਇਸ ਨੂੰ ਜਿਹੜਾ ਇਸ਼ੂ ਬਣਾਇਆ ਗਿਆ। ਤਾਂ ਹੁਣ ਲੋਕਾਂ ਨੇ ਦੱਸਣਾ ਹੈ, ਲੋਕਾਂ ਦੇ ਸਾਹਮਣੇ ਇਹ ਗੱਲ ਸਹੀ ਹੈ ਜਾਂ ਗਲਤ ਹੈ। ਪ੍ਰਸ਼ਾਸਨ ਸਹੀ ਹੈ, ਵੀਸੀ ਸਾਹਿਬ ਜਿਹੜੇ ਉਹ ਸਹੀ ਹੈ, ਇੱਥੋਂ ਦਾ ਐਡਮਿਨਿਸਟ੍ਰੇਸ਼ਨ ਹੈ ਜਿੰਨਾ ਉਹ ਸਹੀ ਹੈ, MS ਸਹੀ ਹੈ, ਹਾਲਾਤ ਸਹੀ ਹੈ ਜਾਂ ਗਲਤ ਹੈ, ਜਾਂ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਉਸ, ਕਿਉਂਕਿ ਦੱਸਿਆ ਇਹ ਜਾ ਰਿਹਾ ਕਿ ਉਹਨਾਂ ਦਾ ਜਿਹੜਾ ਰੁਤਬਾ ਬਹੁਤ ਵੱਡਾ ਹੈ, ਰੁਤਬੇ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਉੱਥੇ ਨਹੀਂ ਲਟਾਇਆ ਜਾਣਾ ਸੀਗਾ, ਉਹ ਸਹੀ ਹੈ ਜਾਂ ਗਲਤ ਹੈ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।